ਹਾਂਜੀ ਪਿਆਰੇ ਬੱਚਿਓ, ਅੱਜ ਆਪਾਂ ਸਾਇੰਸ ਕਲਾਸਿਸ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਆਪਾਂ ਜਿਹੜਾ ਹੈਗਾ 8th ਕਲਾਸ ਦਾ 6th ਲੈਸਨ ਕਰਨ ਜਾ ਰਹੇ ਹਾਂ, ਰੀਪਰੋਡਕਸ਼ਨ ਇਨ ਐਨੀਮਲਸ। ਦੈਨ ਫਰਸਟ ਹੈਗੀਆਂ ਬਲੈਂਕਸ, ਫਿਲ ਇਨ ਦਾ ਬਲੈਂਕਸ ਕਰਾਂਗੇ। ਦੈਨ ਪ੍ਰੋਸੈਸ ਆਫ ਦਾ ਫਿਊਜ਼ਨ ਆਫ ਸਪਰਮ ਐਂਡ ਓਵਮ ਇਜ਼ ਨੋਨ ਐਜ਼। ਇੱਕ ਪ੍ਰੋਸੈਸ ਆ ਜਿਹਦੇ ਵਿੱਚ ਆਪਾਂ ਸਪਰਮ ਅਤੇ ਓਵਮ ਆ ਜਿਹਦੇ ਵਿੱਚ ਫਿਊਜ਼ ਹੁੰਦੇ ਆ, ਇਕੱਠੇ ਹੁੰਦੇ ਆ, ਉਸ ਪ੍ਰੋਸੈਸ ਨੂੰ ਬੋਲਦੇ ਆ ਆਪਾਂ ਫਰਟੀਲਾਈਜੇਸ਼ਨ। FERTILIZATION। ਨੈਕਸਟ, union of the gametes does not takes place during dash reproduction। ਕਹਿੰਦਾ ਜਿਹੜੇ ਗੈਮਿਟਸ ਹੁੰਦੇ ਆ, ਗੈਮਿਟਸ ਆਪਾਂ ਇਹਨਾਂ ਨੂੰ ਹੀ ਬੋਲਦੇ ਹਾਂ, ਸਪਰਮ ਐਂਡ ਓਵਮ ਨੂੰ ਹੀ ਬੋਲਦੇ ਹਾਂ। ਤਾਂ ਜਿਹੜੇ ਇਹ ਗੈਮਿਟਸ ਜੋ ਹੁੰਦੇ ਆ, ਇਹ ਯੂਨੀਅਨ ਨਹੀਂ ਹੁੰਦਾ ਇਹਨਾਂ ਦਾ ਕਿਹੜੀ ਰੀਪਰੋਡਕਸ਼ਨ ਦੇ ਵਿੱਚ। ਆਪਣੇ ਕੋਲ ਦੋ ਟਾਈਪ ਦੀ ਰੀਪਰੋਡਕਸ਼ਨ ਹੁੰਦੀ ਆ, ਸੈਕਸ਼ੂਅਲ ਐਂਡ ਆਸੈਕਸ਼ੂਅਲ। ਆਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਗੈਮਿਟਸ ਆ ਜਿਹੜੇ ਉਹਨਾਂ ਦੀ ਯੂਨੀਅਨ ਨਹੀਂ ਹੁੰਦੀ। ਅੱਗੇ ਨੈਕਸਟ, ਬਾਈਨਰੀ ਫਿਸ਼ਨ ਅਕਰਸ ਇਨ ਡੈਸ਼। ਬਾਈਨਰੀ ਹੁੰਦਾ ਟੁੱਟਣਾ, ਬਾਈ ਮਤਲਬ ਹੁੰਦਾ ਬਾਈਨਰੀ, ਬਾਈ ਦਾ ਮਤਲਬ ਦੋ, ਫਿਸ਼ਨ ਦਾ ਮਤਲਬ ਹੁੰਦਾ ਟੁੱਟਣਾ। ਬਾਈਨਰੀ ਫਿਸ਼ਨ ਦੇ ਵਿੱਚ ਕਿਹੜੇ ਐਨੀਮਲਸ ਦੇ ਵਿੱਚ ਬਾਈਨਰੀ ਫਿਸ਼ਨ ਹੁੰਦੀ ਆ? ਤਾਂ ਦੈਨ ਅਮੀਬਾ, AMOEVA। ਨੈਕਸਟ, ਇਨ ਹਿਊਮਨ ਫਰਟੀਲਾਈਜੇਸ਼ਨ ਇਜ ਡੈਸ਼। ਕਿ ਹਿਊਮਨਸ ਦੇ ਵਿੱਚ ਕਿਹੜੀ ਟਾਈਪ ਦੀ ਫਰਟੀਲਾਈਜੇਸ਼ਨ ਹੁੰਦੀ ਆ? ਹਿਊਮਨ ਦੇ ਵਿੱਚ ਦੋ ਟਾਈਪ ਦੀ ਆਪਣੀ ਫਰਟੀਲਾਈਜੇਸ਼ਨ ਹੁੰਦੀ ਆ, ਇੰਟਰਨਲ ਔਰ ਐਕਸਟਰਨਲ। ਆਪਣੀ ਹਿਊਮਨ ਦੇ ਵਿੱਚ ਇੰਟਰਨਲ ਫਰਟੀਲਾਈਜੇਸ਼ਨ ਹੁੰਦੀ ਆ। ਨੈਕਸਟ ਆਪਣਾ ਫਿਫਥ ਆ ਜਿਹੜਾ ਜਾਇਗੋਟ ਆਫਟਰ ਰਿਪੀਟਡ ਡਿਵੀਜ਼ਨ ਗਿਵ ਰਾਈਜ਼ ਟੂ। ਹਾਂਜੀ, ਜਾਇਗੋਟ ਆ ਜਿਹੜਾ ਇਹ ਜਦੋਂ ਓਵਮ ਅਤੇ ਸਪਰਮ ਫਿਊਜ਼ ਹੁੰਦੇ ਆ ਤਾਂ ਜਾਇਗੋਟ ਦੀ ਫਾਰਮੇਸ਼ਨ ਹੁੰਦੀ ਆ। ਜਾਇਗੋਟ ਅੱਗੇ ਟੁੱਟ ਕੇ ਕੀ ਬਣਾਉਂਦਾ ਆਪਾਂ ਨੂੰ, ਉਹਦੀ ਅੱਗੇ ਡਿਵੀਜ਼ਨ ਹੁੰਦੀ ਆ ਤਾਂ ਕੀ ਬਣਾਉਂਦਾ ਹੈਗਾ, ਫੋਟਸ ਬੋਲ ਸਕਦੇ ਹਾਂ ਜਾਂ ਇੰਬਰੋਏ। ਨੈਕਸਟ, ਇੰਬਰੋਏ ਦੀ ਸਪੈਲਿੰਗ ਦੇਖ ਲਓ, EMBRYO, ਇੰਬਰੋਏ। ਨੈਕਸਟ, ਦਾ ਟਰੂ ਔਰ ਫਾਲਸ। ਆਪਣੇ ਐਨੀਮਲ ਵਿੱਚ ਲੇ ਦਾ ਐਗਸ ਆਰ ਕਾਲਡ ਓਬੀਪੋਰਸ। ਜਿਹੜੇ ਐਨੀਮਲਸ ਆਂਡੇ ਦਿੰਦੇ ਆ ਉਹਨਾਂ ਨੂੰ ਅਸੀਂ ਓਬੀਪੋਰਸ ਬੋਲਦੇ ਹਾਂ। ਹਾਂਜੀ ਸਹੀ ਆ, ਓਬੀਪੋਰਸ ਹੀ ਹੁੰਦੇ ਆ, ਓਬੀਪੋਰਸ। ਨੈਕਸਟ, ਈਚ ਸਪਰਮ ਇਜ ਅ ਸਿੰਗਲ ਸੈੱਲ। ਹਰੇਕ ਸਪਰਮ ਇੱਕ ਸਿੰਗਲ ਸੈੱਲ ਹੁੰਦਾ, ਉਹਦੇ ਵਿੱਚ ਇੱਕੋ ਟਾਈਪ ਦਾ ਸੈੱਲ ਹੁੰਦਾ। ਹਾਂਜੀ ਟਰੂ ਆ। ਨੈਕਸਟ, ਹਾਈਡਰਾ ਰੀਪਰੋਡਿਊਸਡ ਬਾਈ ਬਾਈਨਰੀ ਫਿਸ਼ਨ। ਬਾਈਨਰੀ ਫਿਸ਼ਨ ਦੇ ਨਾਲ ਹੀ ਹਾਈਡਰਾ ਦੀ ਰੀਪਰੋਡਕਸ਼ਨ ਹੁੰਦੀ ਆ। ਨਹੀਂ ਜੀ ਫਾਲਸ ਆ, ਹਾਈਡਰਾ ਦੀ ਜਿਹੜੀ ਰੀਪਰੋਡਕਸ਼ਨ ਹੁੰਦੀ ਆ ਉਹ ਬਡਿੰਗ ਦੇ ਨਾਲ ਹੁੰਦੀ ਆ। ਨੈਕਸਟ, ਜਾਇਗੋਟ ਇਜ਼ ਫਾਰਮਡ ਐਜ਼ ਅ ਰਿਜ਼ਲਟ ਆਫ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਤੁਹਾਨੂੰ ਦੱਸਦਾ ਇੱਕ ਪ੍ਰੋਸੈਸ ਹੁੰਦਾ ਜਿਹਦੇ ਸਪਰਮ ਐਂਡ ਓਵਮ ਜਾਂ ਕਹਿ ਸਕਦੇ ਹਾਂ ਜਾਂ ਐਗ ਕਹਿੰਦੇ ਆ, ਇਹਨਾਂ ਦੀ ਫਿਊਜ਼ਨ ਹੁੰਦੀ ਹੈ ਤਾਂ ਜਾਇਗੋਟ ਬਣਦਾ। ਹਾਂਜੀ, ਜਾਇਗੋਟ ਫਰਟੀਲਾਈਜੇਸ਼ਨ ਪ੍ਰੋਸੈਸ ਦੇ ਵਿੱਚ ਹੀ ਫਾਰਮੇਸ਼ਨ ਹੁੰਦੀ ਆ, ਤਾਂ ਇਹ ਟਰੂ ਆ। ਨੈਕਸਟ, ਇਨ ਹਿਊਮਨ ਐਕਸਟਰਨਲ ਫਰਟੀਲਾਈਜੇਸ਼ਨ ਟੇਕਸ ਪਲੇਸ। ਹਾਂਜੀ, ਹਿਊਮਨ ਦੇ ਵਿੱਚ ਇਹ ਕਹਿ ਰਹੇ ਆ ਐਕਸਟਰਨਲ ਫਰਟੀਲਾਈਜੇਸ਼ਨ ਹੁੰਦੀ ਆ। ਨਹੀਂ ਜੀ, ਆਪਾਂ ਹੁਣੀ ਕਰਕੇ ਆਏ ਆ, ਫਰਟੀਲਾਈਜੇਸ਼ਨ ਜਿਹੜੀ ਹਿਊਮਨਸ ਹੁੰਦੀ ਆ ਉਹ ਇੰਟਰਨਲ ਹੁੰਦੀ ਆ। ਤਾਂ ਦੈਨ ਇਹ ਆਨਸਰ ਆਪਣਾ ਹੋ ਗਿਆ ਫਾਲਸ। ਤਾਂ ਤੁਸੀਂ ਧਿਆਨ ਨਾਲ ਦੇਖ ਲਓ, ਤਾਂ ਆਪਣੇ ਦੋ ਪਹਿਲੇ ਟਰੂ ਆ, ਫਿਰ ਫਾਲਸ, ਫਿਰ ਟਰੂ, ਫਿਰ ਫਾਲਸ। ਨੈਕਸਟ, ਮੈਚ ਦਾ ਕਾਲਮ। ਮੈਚ ਦੇ ਕਾਲਮ ਦੇ ਵਿੱਚ ਜਿਹੜੇ ਹੈਗੇ ਆਪਣੇ 5 ਮਿਲਾਉਣੇ ਆਪਾਂ। ਇੱਕ ਪ੍ਰੋਸੈਸ ਆਫ ਪ੍ਰੋਡਿਊਸਿੰਗ ਦਾ ਜੰਗ ਵਨਸ ਆਫ ਓਨ ਕਾਇੰਡ। ਆਪਣੇ ਇੱਕੋ ਟਾਈਪ ਦੇ ਜੰਗ ਵਨਸ ਪ੍ਰੋਡਿਊਸ ਕਰਨ ਦੇ, ਪ੍ਰੋਡਿਊਸ ਹੁੰਦਾ ਮਤਲਬ ਪੈਦਾ ਕਰਨ ਦੇ, ਆਪਣੇ ਆਪ ਇੱਕੋ ਟਾਈਪ ਦੇ, ਓਨ ਕਾਇੰਡ ਹੈ ਨਾ, ਆਪਣੀ ਜਿਹੜੀ ਕਿਸਮ ਦੇ ਬੱਚੇ ਪੈਦਾ ਕਰਨ ਨੂੰ ਆਪਾਂ ਕਿਹੜੇ ਪ੍ਰੋਸੈਸ ਦਾ ਨਾਮ ਦਿੰਦੇ ਹਾਂ? ਰੀਪਰੋਡਕਸ਼ਨ। ਰੀਵਰਡ ਹੁੰਦਾ ਦੁਬਾਰਾ ਪ੍ਰੋਡਿਊਸ ਹੋਣਾ, ਹੈ ਨਾ, ਰੀਪਰੋਡਕਸ਼ਨ ਦਾ ਨਾਮ ਦਿੰਦੇ ਹਾਂ ਆਪਾਂ, ਇਹਨੂੰ ਅਸੀਂ ਸੀ ਦੇ ਨਾਲ ਮਿਲਾਵਾਂਗੇ। ਨੈਕਸਟ, ਆ ਮੈਥਡ ਆਫ ਆਸੈਕਸ਼ੂਅਲ ਰੀਪਰੋਡਕਸ਼ਨ ਇਨ ਹਾਈਡਰਾ। ਹਾਈਡਰਾ ਦੇ ਵਿੱਚ ਜਿਹੜਾ ਆਸੈਕਸ਼ੂਅਲ ਰੀਪਰੋਡਕਸ਼ਨ ਹੁੰਦਾ ਉਹ ਕਿਹੜਾ ਹੁੰਦਾ? ਬਡਿੰਗ ਦਾ। ਆਪਾਂ ਬਡਿੰਗ ਦਾ ਰੀਪਰੋਡਕਸ਼ਨ ਦਾ ਮੈਥਡ ਹੁੰਦਾ, ਇਹਨੂੰ ਅਸੀਂ ਈ ਨਾਲ ਮਿਲਾਵਾਂਗੇ। ਨੈਕਸਟ, ਇਟਸ ਫਰਟੀਲਾਈਜੇਸ਼ਨ ਟੇਕਸ ਪਲੇਸ ਇਨਸਾਈਡ ਦਾ ਵਾਟਰ। ਜਿਹੜੀ ਫਰਟੀਲਾਈਜੇਸ਼ਨ ਹੁੰਦੀ ਆ, ਪ੍ਰਜਨਨ ਜਿਹੜੀ ਵਿਧੀ ਆ ਹੈਗੀ ਆ, ਉਹ ਫਰਟੀਲਾਈਜੇਸ਼ਨ ਜਿਹੜੀ ਹੁੰਦੀ ਆ ਉਹ ਕਿੱਥੇ ਹੁੰਦੀ ਆ? ਮਤਲਬ ਪਾਣੀ ਦੇ ਵਿੱਚ ਹੁੰਦੀ ਆ। ਕਿਹੜੇ ਐਨੀਮਲਸ ਦੇ ਵਿੱਚ ਪਾਣੀ ਦੇ ਵਿੱਚ ਹੁੰਦੀ ਆ? ਡੀ, ਫਰੋਗ ਦੇ ਵਿੱਚ ਹੁੰਦੀ ਆ ਪਾਣੀ 'ਚ। ਨੈਕਸਟ, ਐਗ ਲੇਇੰਗ ਐਨੀਮਲਸ ਨੂੰ ਅਸੀਂ ਕੀ ਬੋਲਦੇ ਹਾਂ? ਆਪਾਂ ਪਿੱਛੇ ਕਰਕੇ ਆਏ ਹਾਂ ਓਬੀਪੋਰਸ। ਓਬੀਪੋਰਸ ਏ ਨਾਲ ਮਿਲਾ ਦਿਆਂਗੇ। ਨੈਕਸਟ, ਆਪਣੇ ਕੋਲ ਸਪਰਮ ਐਂਡ ਐਗ ਜਾਂ ਓਵਮ ਫਿਊਜ਼ ਕਰਕੇ ਕੀ ਬਣਾਉਂਦੇ ਆ? ਜਾਇਗੋਟ। ਇਹਨੂੰ ਅਸੀਂ ਬੀ ਦੇ ਨਾਲ ਮਿਲਾ ਦਿਆਂਗੇ। ਫਸਟ ਹੈਗਾ ਸੀ ਦੇ ਨਾਲ, ਸੈਕਿੰਡ ਈ ਆ, ਥਰਡ ਜਿਹੜਾ ਡੀ ਆ, ਫੋਰਥ ਏ ਆ,
ਐਂਡ ਫਿਫਥ ਜੋ ਹੈਗਾ ਉਹ ਬੀ ਦੇ ਨਾਲ ਮੈਚ ਕਰਾਂਗੇ। ਨੈਕਸਟ ਸਾਡੇ ਹੈਗੇ ਆ MCQ। MCQ ਦੇਖਦੇ ਹਾਂ ਆਪਾਂ। ਪਹਿਲਾ ਹੈਗਾ ਜਿਹੜਾ MCQ, ਇਹਦੇ ਵਿੱਚ ਕੀ ਹੈਗਾ, ਕਹਿੰਦਾ ਵਿਚ ਆਫ ਦੀਜ਼ ਆਰ ਮੇਲ ਰੀਪਰੋਡਕਟਿਵ ਔਰਗਨਸ, ਇਹਨਾਂ ਵਿੱਚੋਂ ਕਿਹੜਾ ਹੈਗਾ ਸਪਰਮ, ਓਵਾ, ਓਵਰੀਜ਼, ਟੈਸਟਸ। ਹਾਂਜੀ ਟੈਸਟਸ। ਨੈਕਸਟ ਸੀ ਆਪਸ਼ਨ ਹੈ ਇਹਦੀ। ਵਿਚ ਆਫ ਦਾ ਫੋਲੋਇੰਗ ਇਜ਼ ਹਿਊਮਾਫਰੋਡਾਈਟ ਐਨੀਮਲ। ਹਿਊਮਾਫਰੋਡਾਈਟ ਐਨੀਮਲ ਇਹਨਾਂ ਵਿੱਚੋਂ ਕਿਹੜਾ, ਹਿਊਮਾਫਰੋਡਾਈਟ ਐਨੀਮਲਸ ਉਹ ਹੁੰਦੇ ਆ ਜਿਹੜੇ ਇਹਨਾਂ ਦੇ ਵਿੱਚ ਮੇਲ ਐਂਡ ਫੀਮੇਲ ਕਰੈਕਟਰ ਇੱਕੋ ਇੰਡੀਵਿਜੂਅਲ ਦੇ ਵਿੱਚ ਹੀ ਹੁੰਦੇ ਆ, ਦੋਨੋਂ ਇੱਕ ਸਿੰਗਲ ਪੇਰੈਂਟ ਹੀ ਹੁੰਦਾ। ਤਾਂ ਇਹ ਹੈਗਾ ਅਰਥਵਰਮ। ਅਰਥਵਰਮ ਡੀ ਆਨਸਰ ਹੈ ਇਹਦਾ। ਇਨ ਹਿਊਮਨ ਫਰਟੀਲਾਈਜੇਸ਼ਨਸ ਅਕਰਸ ਇਨ, ਹਿਊਮਨ ਦੇ ਵਿੱਚ ਜਿਹੜੀ ਫਰਟੀਲਾਈਜੇਸ਼ਨ ਆ ਉਹ ਕਿੱਥੇ ਹੁੰਦੀ ਆ, ਓਵੀਡਕਟ ਦੇ ਵਿੱਚ। ਹਾਂਜੀ ਓਵੀਡਕਟ, ਏ ਆਨਸਰ ਸਹੀ ਆ। ਹਿਊਮਨ ਦੇ ਵਿੱਚ ਜਿਹੜੀ ਫਰਟੀਲਾਈਜੇਸ਼ਨ ਆ ਉਹ ਓਵੀਡਕਟ ਦੇ ਵਿੱਚ ਹੁੰਦੀ। ਨੈਕਸਟ, ਇਨ ਮੋਸਕੀਟੋ ਐਗਸ ਹੈਚ ਟੂ ਪ੍ਰੋਡਿਊਸ। ਮੋਸਕੀਟੋ ਦੇ ਜਿਹੜੇ ਐਗਸ ਆ, ਐਗ ਤੋਂ ਬਾਅਦ ਜੋ ਬੱਚਾ ਪੈਦਾ ਹੁੰਦਾ ਅਗਲਾ ਨੈਕਸਟ, ਉਹ ਕੀ ਹੁੰਦਾ, ਉਹਨੂੰ ਕੀ ਕਹਿੰਦੇ ਆਪਾਂ, ਲਾਰਵਾ। ਸੀ ਆਪਸ਼ਨ ਲਾਰਵਾ। ਅੱਗੇ ਫਿਊਜ਼ਨ ਆਫ ਸਪਰਮ ਐਂਡ ਐਗ ਪ੍ਰੋਡਿਊਸਸ ਦਾ ਜਾਈਗੋਟ, ਜਾਈਗੋਟ ਬਣਾਉਂਦੇ ਆ। ਠੀਕ ਹੈ। ਨੈਕਸਟ ਵੈਰੀ ਸ਼ਾਰਟ ਆਨਸਰ ਟਾਈਪ ਕੁਐਸਚਨਸ ਆਪਣੇ। ਡਿਫਾਈਨ ਦਾ ਫੋਲੋਇੰਗ ਟਰਮਸ ਆਪਾਂ ਨੂੰ ਦੱਸੀਆਂ ਹੋਈਆਂ, ਆਪਾਂ ਉਹਨਾਂ ਨੂੰ ਡਿਫਾਈਨ ਕਰਨਾ। ਫਸਟ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨਸ ਦੀ ਡੈਫੀਨੇਸ਼ਨ ਤੁਸੀਂ ਬਲੈਂਕ ਵਾਲੀ ਲਿਖ ਸਕਦੇ ਆ, ਤੁਸੀਂ ਉਹੀ ਲਿਖ ਲਿਓ। ਦਾ ਫਰਟੀਲਾਈਜੇਸ਼ਨ ਇੱਕ ਪ੍ਰੋਸੈਸ ਹੁੰਦਾ, ਇੱਕ ਉਹ ਤਰੀਕਾ ਜਿਹਦੇ ਵਿੱਚ ਯੂਨੀਅਨ ਹੁੰਦੀ ਆ, ਯੂਨੀਅਨ ਆਫ ਦਾ ਸਪਰਮ ਐਂਡ ਓਵਮ ਜਾਂ ਮੇਲ ਐਂਡ ਫੀਮੇਲ ਗੈਮਿਟਸ। ਮੇਲ ਗੈਮਿਟਸ ਹੁੰਦਾ ਸਪਰਮ, ਫੀਮੇਲ ਗੈਮਿਟਸ ਹੁੰਦਾ ਐਗ ਜਾਂ ਓਵਮ ਬੋਲ ਦਿੰਦੇ ਆ। ਉਹਨਾਂ ਦੀ ਜਿਹੜੀ ਫਿਊਜ਼ਨ ਹੁੰਦੀ ਆ ਉਸ ਪ੍ਰੋਸੈਸ ਨੂੰ ਅਸੀਂ ਫਰਟੀਲਾਈਜੇਸ਼ਨ ਦਾ ਨਾਮ ਦਿੰਦੇ ਆ। ਅੱਗੇ ਹੈਗਾ ਮੈਟਾਮੋਰਫੋਸਿਸ ਕੀ ਹੁੰਦੇ ਆ। ਹਾਂਜੀ ਇਹ ਇੱਕ ਟਰਾਂਸਫੋਰਮੇਸ਼ਨ ਹੁੰਦੀ ਆ, ਡਿਵੈਲਪਮੈਂਟ ਹੁੰਦੀ ਆ, ਜਾਂ ਟਰਾਂਸਫੋਰਮੇਸ਼ਨ ਕਹਿ ਦਈਏ ਜਾਂ ਇੱਕ ਡਿਵੈਲਪਮੈਂਟ ਕਹਿ ਦਈਏ, ਜਿਹਦੇ ਵਿੱਚ ਜਿਹੜਾ ਲਾਰਵਾ ਏ ਉਹ ਐਗ ਤੋਂ ਜਿਹੜਾ ਲਾਰਵਾ ਆਫ ਐਗ ਇਨਟੂ ਲਾਰਵਾ ਥਰੂ ਡਰਾਸਟਿਕ ਚੇਂਜਸ ਇਨ ਬੋਡੀ ਸਟਰਕਚਰਸ ਦੇ ਵਿੱਚ ਜੋ ਚੇਂਜਸ ਆਉਂਦੀਆਂ ਏ, ਟਰਾਂਸਫੋਰਮੇਸ਼ਨ ਆਫ ਲਾਰਵਾ ਇਨਟੂ ਐਗ ਥਰੂ ਦਾ ਡਰਾਸਟਿਕ ਚੇਂਜਸ ਇਨ ਦਾ ਬੋਡੀ ਸਟਰਕਚਰਸ ਦੇ ਵਿੱਚ ਜੋ ਚੇਂਜਸ ਆਉਂਦੀਆਂ ਹੈਗੀਆਂ, ਤਾਂ ਆਪਾਂ ਉਹਨੂੰ ਬੋਲਦੇ ਹੈਗੇ ਆ ਮੈਟਾਮੋਰਫਿਸਿਸ। ਠੀਕ ਹੈ। ਫਰੋਮ ਐਗ ਤੋਂ ਲਾਰਵਾ ਬਣਦਾ ਹੈ ਨਾ, ਐਗ ਤੋਂ ਲਾਰਵਾ ਬਣਦਾ। ਟਰਾਂਸਫੋਰਮੇਸ਼ਨ ਆਫ ਲਾਰਵਾ ਇਨਟੂ ਐਨ ਐਗ ਥਰੂ ਡਰਾਸਟਿਕ ਚੇਂਜਸ ਇਨ ਦਾ ਬੋਡੀ ਸਟਰਕਚਰ, ਜੋ ਬੋਡੀ ਸਟਰਕਚਰਸ ਦੇ ਵਿੱਚ ਡਰਾਸਟਿਕ ਚੇਂਜਸ ਆਉਂਦੀਆਂ ਤਾਂ ਉਸ ਨੂੰ ਆਪਾਂ ਬੋਲਦੇ ਹੈਗੇ ਆ ਮੈਟਾਮੋਰਫਿਸਿਸ। ਹਾਂਜੀ ਇੱਥੇ ਐਗ ਨਾ ਲਿਖਿਓ, ਮੈਂ ਕਨਫਿਊਜ਼ ਸੀ, ਇੱਥੇ ਅਡਲਟ ਲਿਖ ਲਓ, ਲਾਰਵੇ ਤੋਂ ਅਡਲਟ ਬਣਦਾ। ਹਾਂਜੀ ਟਰਾਂਸਫੋਰਮੇਸ਼ਨ ਆਫ ਲਾਰਵਾ ਇਨਟੂ ਅਡਲਟ, ਜੋ ਪੂਰੀ ਬੋਡੀ ਬਣ ਜਾਂਦੀ ਆ ਲਾਰਵੇ ਤੋਂ, ਲਾਰਵਾ ਐਗ ਤੋਂ ਬਣਿਆ ਹੈ ਨਾ, ਉਹ ਥਰੂ ਡਰਾਸਟਿਕ ਚੇਂਜਸ ਕੁਛ ਕੰਡੀਸ਼ਨਸ ਹੁੰਦੀਆਂ ਬੋਡੀ ਸਟਰਕਚਰਸ ਦੇ ਵਿੱਚ ਜੋ ਚੇਂਜਸ ਆਉਂਦੀਆਂ, ਤਾਂ ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਮੈਟਾਮੋਰਫਿਸਿਸ। ਅੱਗੇ ਹੈਗਾ ਹਿਊਮਾਫੋਰਡਾਈਟ ਕੀ ਹੁੰਦੇ ਐਨੀਮਲਸ, ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਸਮ ਆਰਗੇਨਿਜ਼ਮਸ ਜਿਨ੍ਹਾਂ ਦੇ ਵਿੱਚ ਮੇਲ ਐਂਡ ਫੀਮੇਲ ਗੈਮਿਟਸ ਪ੍ਰੈਜੈਂਟਸ ਹੁੰਦੇ ਆ, ਦੋਨੋਂ ਇੱਕੋ ਹੀ ਹੁੰਦੇ ਆ, ਇੱਕ ਸੇਮ ਇੰਡੀਵਿਜੂਅਲ ਦੇ ਵਿੱਚ ਇੱਕੋ ਟਾਈਪ ਦੇ ਗੈਮਿਟਸ ਜਿਹੜੇ ਮੇਲ ਐਂਡ ਫੀਮੇਲ ਗੈਮਿਟਸ ਦੋਨੋਂ ਹੀ ਪ੍ਰੈਜੈਂਟ ਹੁੰਦੇ ਆ, ਉਹਨਾਂ ਨੂੰ ਬੋਲਦੇ ਆ ਆਪਾਂ ਹਿਊਮਾਫੋਰਡਾਈਟ। ਐਗਜ਼ਾਮਪਲ ਇਹਦੀ ਅਰਥਵਰਮਸ ਆ, ਲੀਚਸ ਆ। ਨੈਕਸਟ ਹੁੰਦੀ ਆ ਰੀਪਰੋਡਕਸ਼ਨ ਕੀ ਹੁੰਦੀ ਆ। ਰੀਪਰੋਡਕਸ਼ਨ ਇਜ਼ ਦਾ ਪ੍ਰੋਸੈਸ ਆਫ ਪ੍ਰੋਡਿਊਸਿੰਗ ਨਿਊ ਇੰਡੀਵਿਜੂਅਲਸ ਆਫ ਦਾ ਸੇਮ ਕਾਈਂਡ। ਇੱਕੋ ਟਾਈਪ ਦੇ ਨਵੇਂ ਇੰਡੀਵਿਜੂਅਲਸ, ਨਿਊ ਜੰਗ ਵਰਨਸ, ਜਿਹੜੀ ਰੀਪਰੋਡਕਸ਼ਨ ਹੁੰਦੀ ਆ, ਪ੍ਰੋਡਕਸ਼ਨ ਹੁੰਦੀ ਆ, ਨਿਊ ਜੰਗ ਵਰਨਸ ਦੀ ਪ੍ਰੋਡਕਸ਼ਨ ਹੁੰਦੀ ਆ। ਇੱਕੋ ਟਾਈਪ ਦੇ ਨਵੇਂ ਜੋ ਹੈਗੀ ਹੈ, ਇੱਕੋ ਪ੍ਰਜਾਤੀ ਦੇ ਜੇ ਅੱਗੇ ਜੀਵ ਪੈਦਾ ਹੁੰਦੇ ਆ ਤਾਂ ਉਸ ਨੂੰ ਬੋਲਦੇ ਹਾਂ ਅਸੀਂ ਰੀਪਰੋਡਕਸ਼ਨ। ਵਟ ਇਜ਼ ਦਾ ਮੇਲ ਗੈਮਿਟਸ, ਜਿਹੜਾ ਹਿਊਮਨ ਦੇ ਵਿੱਚ ਉਹ ਕਿਹੜਾ, ਸਪਰਮ। ਨੇਮ ਦਾ ਵੇਰੀਅਸ ਸਟੇਜਸ ਇਨ ਦਾ ਲਾਈਫ ਸਾਈਕਲ ਆਫ ਬਟਰਫਲਾਈ ਦੀ ਹੈ, ਜਿਹੜੇ ਲਾਈਫ ਸਾਈਕਲ ਦੇ ਵਿੱਚ ਆਪਾਂ ਸਟੇਜਸ ਦੱਸਣੀਆਂ। ਪਹਿਲਾਂ ਐਗ ਹੁੰਦਾ, ਫਿਰ ਲਾਰਵਾ, ਫਿਰ ਪਿਊਪਾ, ਫਿਰ ਬਟਰਫਲਾਈ। ਇਹਨੂੰ ਅਡਲਟ ਬਟਰਫਲਾਈ ਵੀ ਤੁਸੀਂ ਬੋਲ ਸਕਦੇ ਆ, ਲਾਸਟ ਤੇ ਜੋ ਬਟਰਫਲਾਈ ਬਣਦੀ ਆ। ਇਹ ਲਾਈਫ ਸਾਈਕਲਸ ਆ, 4 ਲਾਈਫ ਸਾਈਕਲ ਆ, ਇਹਦੇ 4 ਸਟੇਜਸ ਆ। ਬਟ ਇਜ਼ ਦਾ ਜਾਇਗੋਟ, ਜਾਇਗੋਟ ਆਪਾਂ ਬਹੁਤ ਵਾਰ ਕਰ ਚੁੱਕੇ ਹਾਂ ਪਿੱਛੇ ਵੀ। ਜਾਇਗੋਟ ਕੀ ਹੁੰਦਾ, ਇੱਕ ਨਿਊ ਸੈੱਲ ਬਣਦਾ। ਕਦੋਂ ਬਣਦਾ, ਫਾਰਮੈਟ ਹੁੰਦਾ ਜਦੋਂ ਫਿਊਜ਼ਨ ਹੁੰਦੀ ਹੈ ਸਪਰਮ ਤੇ ਓਵਮ ਤੋਂ, ਜਾਂ ਫਰਟੀਲਾਈਜੇਸ਼ਨ ਦੇ ਪ੍ਰੋਸੈਸ ਦੌਰਾਨ ਜੋ ਨਿਊ ਸੈੱਲ ਬਣਦਾ ਉਹਨੂੰ ਆਪਾਂ ਬੋਲਦੇ ਹਾਂ ਜਾਇਗੋਟ। ਜਾਇਗੋਟ ਤੋਂ ਅੱਗੇ ਫੋਟਸ ਬਣਦਾ, ਫੋਟਸ ਤੋਂ ਬਾਅਦ ਅਡਲਟ ਬਣ ਜੂਗਾ।
ਨੈਕਸਟ ਸ਼ਾਰਟ ਆਨਸਰ ਟਾਈਪ ਕੁਐਸਚਨਸ ਆਪਣੇ ਵਟ ਇਜ਼ ਦਾ ਸੈੱਲ ਡਿਵੀਜ਼ਨ ਤੁਹਾਨੂੰ ਪਤਾ ਹੀ ਆ ਵੰਡ ਹੁੰਦੀ ਆ ਸੈੱਲ ਦੀ ਵੰਡ ਹੁੰਦੀ ਆ ਹਨਾ ਤਾਂ ਸੈੱਲ ਡਿਵੀਜ਼ਨ ਇੱਕ ਉਹ ਡਿਵੀਜ਼ਨ ਆ ਜਿਹਦੇ ਵਿੱਚ ਸੈੱਲ ਆ ਜੋ ਦੋ ਡਾਟਰ ਸੈੱਲਸ ਦੇ ਵਿੱਚ ਜੋ ਡਿਵਾਈਡ ਹੋ ਜਾਂਦਾ ਉਹਨਾਂ ਦੇ ਵਿੱਚ ਦੋਨਾਂ ਡਾਟਰ ਸੈੱਲਸ ਦੇ ਵਿੱਚ ਸੇਮ ਜੈਨੇਟਿਕ ਮਟੀਰੀਅਲ ਹੁੰਦਾ ਤਾਂ ਇੱਥੇ ਇਹ ਵੀ ਆਉਂਦਾ ਹੈ ਵੀ ਜਦੋਂ ਜਾਇਗੋਟ ਇਸ ਡਿਵੀਜ਼ਨ ਹੁੰਦੀ ਆ ਜਾਇਗੋਟ ਦੀ ਤਾਂ ਨਿਊ ਫੋਟਸ ਔਰ ਜੋ ਇੰਬਰੋਏ ਬਣਦੇ ਆ ਉਹਨਾਂ ਨੂੰ ਵੀ ਅਸੀਂ ਸੈੱਲ ਡਿਵੀਜ਼ਨ ਦਾ ਨਾਮ ਹੀ ਦਿੰਨੇ ਆ ਨੈਕਸਟ ਵਟ ਇਜ਼ ਦ ਡਿਫਰੈਂਸ ਬਿਟਵੀਨ ਐਕਸੈਕਸ਼ੁਅਲ ਔਰ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਕੀ ਅੰਤਰ ਹੈਗਾ ਹਾਂਜੀ ਸੈਕਸ਼ੁਅਲ ਰੀਪਰੋਡਕਸ਼ਨ ਕੀ ਹੁੰਦੀ ਆ ਕਹਿੰਦਾ ਜਿਹੜੇ ਡਾਟਰ ਇੰਡੀਵਿਜੂਅਲਸ ਆ ਸੈਕਸ਼ੁਅਲ ਕੀ ਹੁੰਦੀ ਆ ਡਾਟਰ ਇੰਡੀਵਿਜੂਅਲ ਪ੍ਰੋਡਿਊਸਡ ਫਰੋਮ ਅ ਸਿੰਗਲ ਪੇਰੈਂਟ ਇਹਨਾਂ ਦੇ ਵਿੱਚ ਇੱਕ ਹੀ ਪੇਰੈਂਟਸ ਹੁੰਦਾ ਠੀਕ ਹੈ ਉਹ ਤੋਂ ਹੀ ਡਾਟਰਸ ਇੰਡੀਵਿਜੂਅਲਸ ਪ੍ਰੋਡਿਊਸ ਹੁੰਦੇ ਆ ਬਟ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਦੋ ਪੇਰੈਂਟਸ ਹੁੰਦੇ ਆ ਮੇਲ ਐਂਡ ਫੀਮੇਲ ਜਿਨ੍ਹਾਂ ਨੀਡਡ ਹੁੰਦੇ ਆ ਉਸ ਤੋਂ ਬਾਅਦ ਜਿਹੜੇ ਸੈਕਸ ਸੈਲਸ ਜਾਂ ਮੇਲ ਐਂਡ ਫੀਮੇਲ ਗੈਮਿਟਸ ਹੁੰਦੇ ਆ ਉਹ ਇਹਨਾਂ ਦੇ ਵਿੱਚ ਨਹੀਂ ਬਣਦੇ ਆ ਸੈਕਸ਼ੁਅਲ ਦੇ ਵਿੱਚ ਬਟ ਸੈਕਸ਼ੁਅਲ ਦੇ ਵਿੱਚ ਦੋ ਟਾਈਪ ਦੇ ਸੈਕਸ ਸੈਲਸ ਬਣਦੇ ਆ ਫਰਟੀਲਾਈਜੇਸ਼ਨ ਇਸ ਦੇ ਵਿੱਚ ਆ ਸੈਕਸ਼ੁਅਲ 'ਚ ਨਹੀਂ ਹੁੰਦੀ ਬਟ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਮੇਲ ਗੈਮਿਟਸ ਫਰਟੀਲਾਈਜ਼ਸ ਕਰਦਾ ਫੀਮੇਲ ਗੈਮਿਟਸ ਨੂੰ ਨੈਕਸਟ ਜਾਇਗੋਟ ਨਹੀਂ ਬਣਦਾ ਜਦੋਂ ਫਰਟੀਲਾਈਜੇਸ਼ਨ ਨਹੀਂ ਹੋਊਗੀ ਤਾਂ ਜਾਇਗੋਟ ਵੀ ਨਹੀਂ ਬਣੂਗਾ ਬਟ ਇਹਦੇ ਵਿੱਚ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਜਾਇਗੋਟ ਦੀ ਫਾਰਮੇਸ਼ਨ ਹੁੰਦੀ ਆ ਇਹਦੇ ਵਿੱਚ ਜਿਹੜੇ ਨਵੇਂ ਇੰਡੀਵਿਜੂਅਲਸ ਬਣਦੇ ਆ ਉਹ ਬਿਲਕੁਲ ਆਇਡੈਂਟੀਕਲ ਹੁੰਦੇ ਆ ਉਹ ਆਪਣੇ ਪੇਰੈਂਟ ਵਰਗੇ ਹੀ ਹੁੰਦੇ ਆ ਤੇ ਇੱਕ ਦੂਜੇ ਦੇ ਨਾਲ ਜਿਹੜੇ ਨਵੇਂ ਸੈਲਸ ਬਣਨਗੇ ਉਹ ਸੇਮ ਹੀ ਹੋਣਗੇ ਨਿਊ ਇੰਡੀਵਿਜੂਅਲਸ ਬਿਲਕੁਲ ਇੱਕੋ ਜਿਹੇ ਬਟ ਜਿਹੜੀ ਆਪਣੀ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਜਿਹੜੇ ਨਿਊ ਇੰਡੀਵਿਜੂਅਲ ਬਣਦੇ ਆ ਉਹਨਾਂ ਦੇ ਵਿੱਚ ਦੋਨੋਂ ਟਾਈਪ ਦੇ ਕਰੈਕਟਰ ਆਉਣਗੇ ਉਹਨਾਂ ਦੇ ਪੇਰੈਂਟਸ ਦੇ ਅਤੇ ਇਹਨਾਂ ਨੂੰ ਆਪਾਂ ਆਫਸਪ੍ਰਿੰਗਸ ਬੋਲਦੇ ਹੈਗੇ ਆ ਅਤੇ ਕੋਈ ਉਹਨਾਂ ਦੇ ਵਿੱਚ ਨੋ ਟੂ ਆਫਸਪ੍ਰਿੰਗਸ ਆਰ ਆਇਡੈਂਟੀਕਲ ਉਹਨਾਂ ਟਾਈਮ ਆਫਸਪ੍ਰਿੰਗਸ ਆਇਡੈਂਟੀਕਲ ਨਹੀਂ ਹੁੰਦੇ ਜੇ ਉਹ ਟਵਿਨਸ ਹੋਣਗੇ ਤਾਂ ਆਇਡੈਂਟੀਕਲ ਹੋਣਗੇ ਨਹੀਂ ਉਹ ਆਇਡੈਂਟੀਕਲ ਨਹੀਂ ਹੁੰਦੇ ਆਪਣੇ ਭੈਣ ਭਰਾ ਇੱਕ ਦੂਜੇ ਦੇ ਬਿਲਕੁਲ ਸਮਾਨ ਨਹੀਂ ਹੈਗੇ ਜੇ ਕੋਈ ਜੋੜੇ ਬੱਚੇ ਆ ਤਾਂ ਉਹ ਸਮਾਨ ਹੋਣਗੇ ਨੈਕਸਟ ਵਾਈ ਇਜ਼ ਦਾ ਰੀਪਰੋਡਕਸ਼ਨ ਇੰਪੋਰਟੈਂਟ ਹਾਂਜੀ ਰੀਪਰੋਡਕਸ਼ਨ ਪ੍ਰਜਨਨ ਕਿਉਂ ਜ਼ਰੂਰੀ ਆ ਤਾਂ ਆਪਾਂ ਨੂੰ ਪਤਾ ਇਹ ਹੈਗਾ ਕਿ ਆਪਾਂ ਜੇ ਪ੍ਰਜਾਤੀ ਆਪਣੀ ਜਾਤੀ ਦੀ ਹੋਂਦ ਕਾਇਮ ਰੱਖਣੀ ਆ ਤਾਂ ਰੀਪਰੋਡਕਸ਼ਨ ਜ਼ਰੂਰੀ ਆ ਹੈ ਨਾ ਅਤੇ ਜਿਹੜੀ ਰੀਪਰੋਡਕਸ਼ਨ ਕਾਹਦੇ ਲਈ ਇੰਪੋਰਟੈਂਟ ਆ ਕ੍ਰੀਏਸ਼ਨ ਆਫ ਦਾ ਨਿਊ ਲਿਵਿੰਗ ਥਿੰਗਸ ਨਵੇਂ ਜਿਹੜੇ ਜੀਵ ਪੈਦਾ ਕਰਨ ਦੇ ਲਈ ਜ਼ਰੂਰੀ ਆ ਲਿਵਿੰਗ ਆਰਗੈਨਿਜ਼ਮਸ ਪ੍ਰੋਡਿਊਸ ਕਰਦੇ ਆ ਆਪਣੀ ਮੇਨਟੇਨ ਕਰਦੇ ਆ ਜਿਹੜੇ ਨੰਬਰ ਮੇਨਟੇਨ ਕਰਦੇ ਆ ਆਪਦੀ ਸਪੀਸੀਜ਼ ਦੀ ਕੰਟੀਨਿਊਸ਼ਨ ਰੱਖਦੇ ਆ ਨਹੀਂ ਤਾਂ ਉਹ ਸਪੀਸੀ ਹੀ ਨਹੀਂ ਬਚਣੀ ਜੇ ਉਹਨਾਂ ਦੀ ਰੀਪਰੋਡਕਸ਼ਨ ਨਾ ਹੋਈ ਠੀਕ ਹੈ ਆਪਾਂ ਨੂੰ ਪਤਾ ਬਹੁਤ ਸਾਰੀਆਂ ਜਿਹੜੀਆਂ ਸਪੀਸੀਜ਼ ਆ ਆਪਣੀਆਂ ਜਿਹੜੀਆਂ ਹੈਗੀਆਂ ਅਲੋਪ ਹੋ ਚੁੱਕੀਆਂ ਉਹ ਰੀਪਰੋਡਕਸ਼ਨ ਦੀ ਵਜ੍ਹਾ ਕਰਕੇ ਹੀ ਅਲੋਪ ਹੋਈਆਂ ਕਿ ਉਹਨਾਂ ਦੀ ਜਿਹੜੀ ਰੀਪਰੋਡਕਸ਼ਨ ਨਹੀਂ ਹੋਈ ਨੈਕਸਟ ਵਾਟ ਇਜ਼ ਦਾ ਬਾਈਨਰੀ ਫਿਸ਼ਨ ਕੀ ਹੁੰਦੀ ਆ ਦੋਹਰਾ ਜਿਹੜਾ ਆਪਣਾ ਇਹ ਟੋਟਾ ਉਹ ਕੀ ਆ ਕਹਿੰਦਾ ਇਟ ਇਜ਼ ਦਾ ਟਾਈਪ ਆਫ ਆ ਸੈਕਸ਼ੂਅਲ ਰੀਪਰੋਡਕਸ਼ਨ ਦੀ ਇੱਕ ਟਾਈਪ ਆ ਜਿਹਦੇ ਵਿੱਚ ਸਿੰਗਲ ਸੈੱਲ ਆ ਜਿਹੜਾ ਡਿਵਾਈਡ ਹੋ ਕੇ ਦੋ ਹਾਫ ਆਰਗੈਨਿਜ਼ਮਸ ਬਣਾਉਂਦਾ ਜਿਹੜੇ ਅੱਗੇ ਰੀਪਰੋਡਿਊਸ ਕਰਦੇ ਆ ਥਰੂ ਬਾਈਨਰੀ ਫਿਸ਼ਨ ਦੇ ਨਾਲ ਜਿਹੜੀ ਆਰਗੈਨਿਜ਼ਮਸ ਦੇ ਵਿੱਚ ਬਾਈਨਰੀ ਫਿਸ਼ਨ ਹੁੰਦੀ ਆ ਉਹ ਬੈਕਟੀਰੀਆ ਤੇ ਅਮੀਬਾ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਬਾਈਨਰੀ ਫਿਸ਼ਨ ਹੋ ਰਹੀ ਆ ਨੈਕਸਟ ਹਾਊ ਡਜ਼ ਦਾ ਹਾਈਡਰਾ ਰੀਪਰੋਡਿਊਸ ਹਾਈਡਰਾ ਕਿਵੇਂ ਬਣਦਾ ਹਾਂਜੀ ਹਾਈਡਰਾ ਦੀ ਰੀਪਰੋਡਕਸ਼ਨ ਕਿਵੇਂ ਹੁੰਦੀ ਆ ਜਿਹੜੀ ਹਾਈਡਰਾ ਰੀਪਰੋਡਿਊਸ ਕਰਦਾ ਬਾਏ ਬਡਿੰਗ ਦੇ ਨਾਲ ਬਡਿੰਗ ਇੱਕ ਵਿਧੀ ਆ ਠੀਕ ਹੈ ਤਾਂ ਆਪਣੇ ਕੋਲ ਇਨ ਹਾਈਡਰਾ ਦੇ ਵਿੱਚ ਇੱਕ ਸਮਾਲ ਬਲੱਜ ਜਿਹੜਾ ਹੈਗਾ ਆਪਣੇ ਕੋਲ ਬਣ ਜਾਂਦਾ ਪੀਅਰਸ ਫਰੋਮ ਦਾ ਲੋਅਰ ਪਾਰਟ ਆਫ ਦਾ ਬੋਡੀ ਉਹਦੀ ਬੋਡੀ ਦੇ ਹੇਠਾਂ ਇੱਕ ਬਲੱਜ ਜਿਹਾ ਬਣ ਜਾਂਦਾ ਉੱਪਰ ਜੇ ਨੂੰ ਹੱਟ ਖੜਦਾ ਆਪਾਂ ਦਿਖਾ ਦਿੰਦੇ ਹਾਂ ਤੁਹਾਨੂੰ ਬੁੱਕ 'ਤੇ ਆਹ ਵਾਲਾ ਠੀਕ ਹੈ ਇੱਥੋਂ ਜਿਹੜਾ ਹੈਗਾ ਉਹਦੀ ਲੋਅਰ ਪਾਰਟ ਦੇ ਉੱਤੇ ਬਲੱਜਸ ਜਿਹਾ ਬਣ ਗਿਆ ਬੱਡ ਜੀ ਬਣ ਗਈ ਇਹ ਬੱਡ ਅੱਗੇ ਡਿਵੈਲਪ ਹੋ ਜਾਂਦੀ ਆ ਹਾਈਡਰਾ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੇ ਡਿਟੈਚ ਹੋ ਜਾਣਾ ਇਹ ਤੋਂ ਲੈ ਜਾਣਾ ਹੈ ਠੀਕ ਹੈ ਤਾਂ ਇਹ ਤੁਸੀਂ ਐਵੇਂ ਹੀ ਲਿਖ ਲੈਣਾ ਹੈਗਾ ਕਹਿੰਦਾ ਲੋਅਰ ਪਾਰਟ ਆਫ ਦਾ ਬੋਡੀ ਤਾਂ ਇਹ ਜਦੋਂ ਗਰੋ ਹੋ ਕੇ ਬੱਡ ਗਰੋ ਹੋ ਜਾਂਦੀ ਹੈ ਤੇ ਉਹ ਫਿਰ ਪੇਰੈਂਟ ਬੋਡੀ ਤੋਂ ਲੈ ਜਾਂਦੀ ਹੈ ਡਿਟੈਚ ਹੋ ਜਾਂਦੀ ਆ ਤੇ ਨਵਾਂ ਜੰਗਬਨ ਹਾਈਡਰਾ ਜਿਹੜਾ ਉਹ ਬਣ ਜਾਂਦਾ ਨੈਕਸਟ ਆਪਣੇ ਕੋਲ ਡਿਫਰੈਂਸ ਹੈਗਾ ਬੇਬੀ ਪੋਰਸ ਤੇ ਓਬੀਪੋਰਸ ਐਨੀਮਲਸ ਕਿਹੜੇ ਹੁੰਦੇ ਆ ਬੇਬੀ ਪੋਰਸ ਉਹ ਹੁੰਦੇ ਆ ਜੋ ਬੱਚਿਆਂ ਨੂੰ ਜਨਮ ਦਿੰਦੇ ਆ ਓਬੀਪੋਰਸ ਉਹ ਹੁੰਦੇ ਆ ਜੋ ਆਂਡੇ ਦਿੰਦੇ ਆ ਠੀਕ ਹੈ ਬੇਬੀ ਦਾ ਐਨੀਮਲਸ ਵਿਚ ਗਿਵ ਬਰਥ ਟੂ ਜੰਗ ਵਨਸ ਆਰ ਕਾਲਡ ਆ ਬੇਬੀ ਪੋਰਸ ਓਬੀ ਪੋਰਸ ਉਹ ਹੁੰਦੇ ਆ ਜਿਹੜੇ ਸਿਰਫ ਐਗ ਨੂੰ ਲੇ ਕਰਨਗੇ ਹਾਂਜੀ ਜੰਗ ਵਨਸ ਜਿਹੜੇ ਡਿਵੈਲਪ ਹੁੰਦੇ ਆ ਫੀਮੇਲ ਬੋਡੀ ਦੇ ਅੰਦਰ ਡਿਵੈਲਪ ਹੁੰਦੇ ਆ ਤਾਂ ਅੰਦਰ ਡਿਵੈਲਪ ਹੁੰਦੇ ਆ ਇਹ ਬਾਹਰ ਡਿਵੈਲਪ ਹੋਣਗੇ ਉਸ ਤੋਂ ਬਾਅਦ ਜਿਵੇਂ ਉਦਾਹਰਨਾਂ ਜਿਵੇਂ ਕੈਟ ਹੋ ਗਿਆ ਹੈ ਨਾ ਡੌਗ ਹੋ ਗਿਆ ਕਾਓ ਹਿਊਮਨ ਬੀਇੰਗਸ ਆ ਗਏ ਬਟ ਇਹਦੇ ਵਿੱਚ ਹੈਨ ਹੋ ਗਈ ਲੇਜਰਸ ਹੋ ਗਈਆਂ ਹੈ ਨਾ ਫਰੋਗ ਫਿਸ਼
ਐਕਸਟਰਾ। ਨੈਕਸਟ ਆਉਂਦਾ ਹਾਊ ਡਜ਼ ਦ ਫਰਟੀਲਾਈਜੇਸ਼ਨਸ ਅਕਰ ਇਨ ਫਰੋਗਸ। ਤਾਂ ਮੈਂ ਇਹ ਕੁਐਸਚਨ ਥੋੜ੍ਹਾ ਵੱਡਾ ਆਪਣੇ ਤੋਂ ਲਿਖਿਆ ਗਿਆ, ਬਟ ਜਿੱਥੇ ਜਿੱਥੇ ਮੈਂ ਨਾ ਅੰਡਰਸਲਾਈਨ ਕੀਤੀਆਂ ਲਾਈਨਸ ਤੁਸੀਂ ਉਹ ਜ਼ਰੂਰ ਲਿਖ ਲਿਓ, ਠੀਕ ਹੈ। ਬਾਕੀ ਜੋ ਲਿਖਣੇ ਆ, ਬਾਕੀ ਜੇ ਛੱਡਣੀਆਂ ਹੋਈਆਂ ਤਾਂ ਤੁਸੀਂ ਛੱਡ ਸਕਦੇ ਆ, ਬਟ ਜਿਹੜੀਆਂ ਮੈਂ ਅੰਡਰਲਾਈਨ ਕੀਤੀਆਂ ਲਾਈਨਸ ਉਹ ਤੁਸੀਂ ਲਿਖ ਲਿਓ। ਮੈਂ ਸਾਰੀਆਂ ਹੀ ਸਮਝਾ ਦਿੰਦੀ ਹਾਂ। ਇਨ ਫਰੋਗਸ ਦੇ ਵਿੱਚ ਜਿਹੜੀ ਫਰਟੀਲਾਈਜੇਸ਼ਨ ਹੁੰਦੀ ਆ ਉਹ ਐਕਸਟਰਨਲ ਹੁੰਦੀ ਆ। ਡਿਊਰਿੰਗ ਸਪ੍ਰਿੰਗ ਜਾਂ ਰੇਨੀ ਸੀਜ਼ਨ ਦੇ ਵਿੱਚ ਜਦੋਂ ਫਰੋਗਸ ਜਾਂ ਟੌਡਸ ਮੂਵ ਕਰਦੇ ਆ ਪੌਂਡਸ ਜਾਂ ਸਲੋ ਫਲੋਇੰਗ ਸਟਰੀਮ ਦੇ ਵਿੱਚ, ਤਾਂ ਉਦੋਂ ਜਿਹੜਾ ਹੈਗਾ ਮੇਲ ਐਂਡ ਫੀਮੇਲ ਇੱਕ ਦੂਜੇ ਦੇ ਕਲੋਜ਼ ਆਉਂਦੇ ਆ ਵਾਟਰ 'ਚ। ਜੇ ਤੁਸੀਂ ਆਹ ਸਾਰੀ ਲਾਈਨ ਛੱਡਣੀ ਆ ਤਾਂ ਤੁਸੀਂ ਇੱਥੋਂ ਲਿਖੋਗੇ ਡਿਊਰਿੰਗ ਸਪ੍ਰਿੰਗ ਔਰ ਰੇਨੀ ਸੀਜ਼ਨ ਦੇ ਵਿੱਚ ਜਿਹੜੀਆਂ ਫੀਮੇਲ ਆ ਉਹ ਲੇਜ਼ ਕਰਦੀਆਂ 100 ਆਫ ਐਗਸ ਲੇਜ਼ ਕਰ ਦਿੰਦੀਆਂ। ਤੇ ਉਸ ਤੋਂ ਬਾਅਦ ਜੇ ਤੁਸੀਂ ਆਹ ਲਾਈਨ ਛੱਡਣੀ ਆ ਛੱਡ ਦਿਓ। ਫਰੋਗਸ ਜਿਹੜੇ ਐਗ ਹੁੰਦੇ ਆ ਇਜ਼ ਨੋਟ ਕਵਰਡ ਬਾਈ ਇੱਕ ਸ਼ੈੱਲ ਆ, ਜਿਵੇਂ ਆਪਣੇ ਕੋਲ ਤੁਸੀਂ ਮੁਰਗੀ ਦਾ ਅੰਡਾ ਦੇਖਿਆ ਹੋਊਗਾ ਉਹਦੇ ਉੱਪਰ ਇੱਕ ਸ਼ੈੱਲ ਬਣਿਆ ਹੁੰਦਾ, ਹਾਰਡ ਸ਼ੈੱਲ ਹੁੰਦਾ। ਇਵੇਂ ਦਾ ਇਹਨਾਂ ਦੇ ਵਿੱਚ ਕੋਈ ਹਾਰਡ ਸ਼ੈੱਲ ਨਹੀਂ ਹੁੰਦਾ, ਤਾਂ ਵੈਰੀ ਡੈਲੀਕੇਟ ਹੁੰਦਾ। ਇਹਦੇ ਉੱਪਰ ਇੱਕ ਜੈਲ ਟਾਈਪ ਜਿਹੜੀ ਲੇਅਰ ਹੁੰਦੀ ਆ ਜਿਹੜੀ ਬਹੁਤ ਸਾਰੇ ਐਗਸ ਨੂੰ ਇਕੱਠਿਆਂ ਰੱਖਦੀ ਆ, ਠੀਕ ਹੈ, ਐਗਸ ਨੂੰ ਟਗੈਦਰ ਰੱਖਦੀ ਆ ਤੇ ਉਹਨਾਂ ਦੀ ਪ੍ਰੋਟੈਕਸ਼ਨ ਕਰਦੀ ਆ। ਕਹਿੰਦੇ ਜਦੋਂ ਐਗ ਲੇਡ ਹੁੰਦਾ, ਇੱਥੋਂ ਤੁਸੀਂ ਅੱਗੇ ਸਟਾਰਟ ਕਰ ਸਕਦੇ ਆ, ਇੱਥੋਂ ਐਗਸ ਤੋਂ ਬਾਅਦ ਤੁਸੀਂ ਇੱਥੋਂ ਸਟਾਰਟ ਕਰ ਲਿਓ। ਐਜ਼ ਦਾ ਐਗਸ ਜਦੋਂ ਲੇਡ ਹੁੰਦੇ ਆ ਤਾਂ ਜਿਹੜਾ ਮੇਲ ਆ ਡਿਪੋਜ਼ਿਟ ਕਰ ਦਿੰਦਾ ਉਹਦੇ ਉੱਪਰ ਆਪਣੇ ਸਪਰਮ ਜਿਹੜੇ ਡਿਪੋਜ਼ਿਟ ਕਰ ਦਿੰਦਾ। ਤਾਂ ਹਰੇਕ ਸਪਰਮ ਸਵਿਮ ਕਰਦਾ ਰੈਂਡਮਲੀ ਇਨ ਵਾਟਰ ਦੇ ਵਿੱਚ ਵਿਦ ਦਾ ਹੈਲਪ ਆਫ ਇਟ ਲੌਂਗ ਟੇਲ ਹੁੰਦੀ ਸਪਰਮ ਦੀ, ਉਹਦੇ ਨਾਲ ਉਹ ਮੂਵ ਕਰਦਾ ਰਹਿੰਦਾ ਤੇ ਜਿਹੜੇ ਸਪਰਮ ਆ ਉਹ ਕੰਟੈਕਟ ਦੇ ਵਿੱਚ ਆ ਜਾਂਦੇ ਆ ਐਗਸ ਦੇ। ਤਾਂ ਦਿਸ ਰਿਜ਼ਲਟ ਇਨ ਫਰਟੀਲਾਈਜੇਸ਼ਨ। ਤੁਸੀਂ ਇੰਨਾ ਕੀ ਲਿਖ ਦਿਓ ਜੇ ਔਰ ਫਰੋਗਸ ਦੇ ਵਿੱਚ ਜੋ ਫਰਟੀਲਾਈਜੇਸ਼ਨ ਹੁੰਦੀ ਆ ਐਕਸਟਰਨਲ ਹੁੰਦੀ ਆ। ਡਿਊਰਿੰਗ ਰੇਨੀ ਔਰ ਸਪਰਿੰਗ ਸੀਜ਼ਨਸ ਦੇ ਵਿੱਚ ਜਿਹੜੀਆਂ ਫੀਮੇਲ ਫਰੋਗਸ ਹੁੰਦੀਆਂ ਉਹ ਲੇ ਕਰਦੀਆਂ 100 ਆਫ ਐਗਸ ਲੇ ਕਰਦੀਆਂ। ਅਤੇ ਜਦੋਂ ਹੀ ਐਗਸ ਲੇ ਹੁੰਦੇ ਆ ਤਾਂ ਮੇਲ ਆ ਜਿਹੜਾ ਉਹਨਾਂ ਦੇ ਉੱਪਰ ਡਿਪੋਜ਼ਿਟ ਕਰ ਦਿੰਦੇ ਆ ਆਪਣੇ ਸਪਰਮ ਜਿਹੜੇ ਡਿਪੋਜ਼ਿਟ ਕਰ ਦਿੰਦੇ ਆ। ਤਾਂ ਦਿਸ ਰਿਜ਼ਲਟ ਇਨ ਫਰਟੀਲਾਈਜੇਸ਼ਨ। ਇਸ ਤਰੀਕੇ ਦੀ ਜਿਹੜੀ ਉਹਨਾਂ ਦੀ ਫਰਟੀਲਾਈਜੇਸ਼ਨ ਹੋ ਜਾਂਦੀ ਆ। ਹਾਂਜੀ, ਅੱਗੇ ਹੈਗੇ ਆ ਲੌਂਗ ਆਂਸਰ ਟਾਈਪ ਕੁਐਸਚਨ। ਫਸਟ ਹੈਗਾ ਆਪਾਂ ਰੀਪਰੋਡਕਸ਼ਨ ਦੀ ਇੰਪੋਰਟੈਂਸ ਦੱਸਣੀ ਆ। ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇੰਪੋਰਟੈਂਸ ਇਹੀ ਆ ਕਿ ਜਿਹੜੀ ਜੇ ਰੀਪਰੋਡਕਸ਼ਨ ਨਾ ਹੋਵੇ ਤਾਂ ਆਪਣੀ ਜਿਹੜੀ ਪ੍ਰਜਾਤੀ ਆ ਉਹ ਲੋਪ ਹੀ ਹੋ ਜੂਗੀ। ਜੇ ਬੱਚੇ ਹੀ ਨਹੀਂ ਅੱਗੇ ਪੈਦਾ ਹੋਣਗੇ, ਜੀਵ ਵੀ ਨਹੀਂ ਹੋਣਗੇ, ਤਾਂ ਉਹ ਜਾਤੀ ਆ ਜਿਹੜੀ ਖਤਮ ਹੋ ਜੂਗੀ, ਹੈ ਨਾ। ਤਾਂ ਆਪਣੀ ਨਿਊ ਆਰਗੇਨਿਜ਼ਮਸ ਨੂੰ ਪ੍ਰੋਡਕਸ਼ਨ ਕਰਨ ਦੇ ਲਈ ਤਾਂ ਐਗਜ਼ਿਸਟਿੰਗ ਆਰਗੇਨਿਜ਼ਮਸ ਤੋਂ, ਤੇ ਉਹਨੂੰ ਆਪਾਂ ਰੀਪਰੋਡਕਸ਼ਨ ਬੋਲਦੇ ਹਾਂ। ਰੀਪਰੋਡਕਸ਼ਨ ਕ੍ਰੀਏਸ਼ਨ ਆਫ ਨਿਊ ਲਿਵਿੰਗ ਥਿੰਗਸ ਹੁੰਦੀ ਆ। ਲਿਵਿੰਗ ਆਰਗੇਨਿਜ਼ਮਸ ਆਪਣੇ ਆਪ ਨੂੰ ਮੇਨਟੇਨ ਕਰਦੇ, ਉਹਨਾਂ ਦਾ ਨੰਬਰ ਮੇਨਟੇਨ ਕਰਦੇ ਆ ਅਤੇ ਆਪਣੀ ਜਿਹੜੀ ਸਪੀਸੀਜ਼ ਦਾ ਉਹਦੀ ਕੰਟੀਨਿਊਸ਼ਨ ਰੱਖਦੇ ਆ। ਹਾਂਜੀ, ਆਪਾਂ ਡਿਫਰੈਂਸ ਦੱਸਣਾ ਜਾਈਗੋਟ ਅਤੇ ਫੋਟਸ ਦੇ ਵਿੱਚ ਡਿਫਰੈਂਸ ਦੱਸਣਾ। ਜਾਈਗੋਟ ਇੱਕ ਸਿੰਗਲ ਸੈਲੂਲਰ ਹੁੰਦਾ, ਬਟ ਫੋਟਸ ਇੱਕ ਮਲਟੀ ਸੈਲੂਲਰ ਹੁੰਦਾ। ਇਹ ਮੈਂ ਤੁਹਾਨੂੰ ਇੰਨਾ ਕੁ ਦੱਸ ਦਿੰਦੀ ਹਾਂ ਵੀ ਪਹਿਲਾਂ ਜਾਈਗੋਟ ਸਿਰਫ ਇੱਕ ਸਿੰਗਲ ਸੈੱਲ ਬਣਦਾ ਸਪਰਮ ਐਂਡ ਓਵਮ ਤੋਂ, ਠੀਕ ਹੈ। ਪਹਿਲਾਂ ਸਪਰਮ ਐਂਡ ਓਵਮ ਤੋਂ ਇੱਕ ਸਿੰਗਲ ਸੈੱਲ ਬਣਦਾ, ਉਹਨੂੰ ਜਾਈਗੋਟ ਬੋਲਦੇ ਆ। ਜਾਈਗੋਟ ਅੱਗੇ ਡਿਵੈਲਪ ਹੁੰਦਾ, ਜਾਈਗੋਟ ਦੀ ਅੱਗੇ ਡਿਵੀਜ਼ਨ ਹੁੰਦੀ ਆ। ਜਾਈਗੋਟ ਅੱਗੇ ਡਿਵੈਲਪ ਹੋ ਕੇ ਫੋਟਸ ਬਣਾਉਂਦਾ ਜੋ ਮਲਟੀ ਸੈਲੂਲਰ ਹੁੰਦਾ, ਜਿਹਦੇ ਵਿੱਚ ਬੱਚੇ ਦੇ ਅੰਗ ਪੈਰ ਆ ਜਿਹੜੇ ਬਣ ਜਾਂਦੇ ਆ, ਠੀਕ ਹੈ। ਹਾਂਜੀ, ਇਹਦੇ ਵਿੱਚ ਜਿਹੜਾ ਫੋਟਸ ਹੁੰਦਾ ਨਾ, ਫੋਟਸ ਦੇ ਵਿੱਚ ਜਿਹੜੇ ਬੱਚੇ ਦੇ ਅੰਗ ਪੈਰ ਬਿਲਕੁਲ ਤਿਆਰ ਹੋ ਜਾਂਦੇ ਆ, ਠੀਕ ਹੈ। ਆਪਾਂ ਨੂੰ ਬੇਬੀ ਆ ਜੋ ਪਤਾ ਲੱਗ ਜਾਂਦਾ ਵੀ ਇਸ ਟਾਈਪ ਦਾ ਬੇਬੀ ਆ, ਹੈ ਨਾ। ਤਾਂ ਇਹ ਸਿੰਗਲ ਸੈੱਲ ਹੁੰਦਾ, ਇਹ ਮਲਟੀ ਸੈਲੂਲਰ ਹੁੰਦਾ। ਇਹ ਫਿਊਜ਼ਨ ਆਫ ਜਿਹੜੀ ਮੇਲ ਐਂਡ ਫੀਮੇਲ ਗੈਮਿਟਸ ਆ ਉਹਨਾਂ ਦੀ ਵਜ੍ਹਾ ਕਰਕੇ ਬਣਦਾ। ਇਹ ਫੋਟਸ ਆ ਬਾਈ ਡਿਵੀਜ਼ਨ ਆਫ ਜਾਈਗੋਟ। ਜਾਈਗੋਟ ਛੋਟਾ ਸੈੱਲ ਆ ਅਤੇ ਉਸ ਤੋਂ ਵੱਡਾ ਜਿਹੜਾ ਫੋਟਸ ਬਣਦਾ, ਹੈ ਨਾ। ਅਤੇ ਉਸ ਤੋਂ ਬਾਅਦ ਆਲ ਬੋਡੀ ਪਾਰਟਸ ਆ ਜਿਹੜੇ ਇਹਦੇ ਵਿੱਚ ਆਇਡੈਂਟੀਫਾਈ ਨਹੀਂ ਹੁੰਦੇ ਹੈਗੇ, ਅਤੇ ਇਹਦੇ ਵਿੱਚ ਸਾਰੇ ਬੋਡੀ ਦੇ ਪਾਰਟਸ ਆ ਜਿਹੜੇ ਉਹ ਆਇਡੈਂਟੀਫਾਈ ਹੋ ਜਾਂਦੇ ਆ, ਠੀਕ ਹੈ। ਤਾਂ ਤੁਸੀਂ ਇੰਨਾ ਕੁ ਸਮਝ ਲਓ। ਪਹਿਲਾਂ ਸਿਰਫ ਸਪਰਮ ਐਂਡ ਐਗ ਹੁੰਦੇ ਆ। ਮੈਂ ਇੱਥੇ ਤੁਹਾਨੂੰ ਲਿਖ ਦਿੰਦੀ ਹਾਂ ਸਪਰਮ ਐਂਡ ਐਗ, ਠੀਕ ਹੈ। ਇਹਨਾਂ ਦੀ ਜਿਹੜੀ ਹੁੰਦੀ ਆ ਇਹ ਇਕੱਠੇ ਹੋ ਕੇ ਆਪਣੇ ਕੋਲ ਜਾਈਗੋਟ ਬਣਾਉਂਦੇ ਆ। ਜਾਈਗੋਟ ਅੱਗੇ ਡਿਵੈਲਪ ਹੋ ਕੇ ਫੋਟਸ ਬਣਾਉਂਦਾ, ਠੀਕ ਹੈ। ਫੋਟਸ ਅੱਗੇ ਕੀ ਕਰ ਦਿੰਦਾ, ਬੇਬੀ ਨੂੰ ਡਿਵੈਲਪ ਕਰ ਦਿੰਦਾ, ਠੀਕ ਹੈ। ਆਹ ਸਟੇਜਸ ਹੁੰਦੀਆਂ। ਤਾਂ ਇਹਨਾਂ ਦੇ ਜਿਹੜੀ ਹੈਗੇ ਆ ਪ੍ਰੋਸੈਸ ਨੂੰ ਅਸੀਂ ਫਰਟੀਲਾਈਜੇਸ਼ਨ ਬੋਲਤਾ। ਇਹ ਸਿੰਗਲ ਸੈੱਲ ਆ ਜੂ, ਇਹ ਮਲਟੀ ਸੈਲੂਲਰ ਆ ਜੂ। ਇਹ 'ਚ ਜਿਹੜੇ ਬੇਬੀ ਦੇ ਜਿਹੜੇ ਔਰਗਨਸ ਆ ਉਹ ਡਿਵੈਲਪ ਹੋ ਜਾਣਗੇ ਅਤੇ ਉਸ ਤੋਂ ਬਾਅਦ ਬੇਬੀ ਆ, ਠੀਕ ਹੈ। ਅੱਗੇ ਹੈਗੇ ਐਕਸਟਰਨਲ ਫਰਟੀਲਾਈਜੇਸ਼ਨਸ ਅਤੇ ਇੰਟਰਨਲ ਫਰਟੀਲਾਈਜੇਸ਼ਨਸ ਦੇ ਵਿੱਚ ਅਸੀਂ ਇਸ ਡਿਫਰੈਂਸ ਦੱਸਣਾ। ਅਤੇ ਮੈਂ ਨਾ ਪਹਿਲਾਂ ਇੱਥੇ ਇਹਨੇ ਕਿਹਾ ਸੀ ਐਕਸਪਲੇਨ ਫਰਟੀਲਾਈਜੇਸ਼ਨ, ਤਾਂ ਮੈਂ ਇੱਥੇ ਫਰਟੀਲਾਈਜੇਸ਼ਨ ਦੀ ਹੀ ਇੱਕ ਡੈਫੀਨੇਸ਼ਨ ਦਿੱਤੀ ਹੈ, ਉਹ ਪੁਰਾਣੀਆਂ ਹੀ ਆ ਵੀ ਫਿਊਜ਼ਨ ਹੁੰਦੀ ਹੈ ਸਪਰਮ ਮੇਲ ਗੈਮਿਟਸ ਅਤੇ ਓਵਮ ਫੀਮੇਲ ਗੈਮਿਟਸ ਦੀ। ਅਤੇ ਇਹ ਦੋ ਟਾਈਪ ਦੀ ਹੁੰਦੀ ਹੈ, ਐਕਸਟਰਨਲ ਅਤੇ ਇੰਟਰਨਲ। ਪਹਿਲਾਂ ਆਪਾਂ ਇੱਧਰ ਇੰਟਰਨਲ ਲਿਖੀਏ, ਇੱਧਰ ਐਕਸਟਰਨਲ ਲਿਖੀ ਆ, ਠੀਕ ਹੈ। ਇੰਟਰਨਲ ਦੇ ਵਿੱਚ ਫਰਟੀਲਾਈਜੇਸ਼ਨ ਦੇ ਵਿੱਚ ਉਹ ਆਪਣੀ ਬੋਡੀ ਦੇ ਫੀਮੇਲ ਬੋਡੀ ਦੇ ਇਨਸਾਈਡ ਹੁੰਦੀ ਆ, ਅੰਦਰ ਹੁੰਦੀ ਆ, ਉਹਨੂੰ ਇੰਟਰਨਲ
एक्सटर्नल फर्टिलाइजेशन बोलते हैं। ये फीमेल बॉडी के बाहर होंगी है, ठीक है। ये एग आ जिहड़े वो घट प्रोड्यूस होंगे, नंबर घट होंदा एग्स का, है ना। ये नंबर बहुत ज़्यादा होंदा, ये ह्यूमन हो गया, काओ हो गया, डॉग्स, कैट्स इन्हां दे विच होंदी आ। बट फिश फ्रॉग्स दे विच जिहड़ी होंदी आ एक्सटर्नल फर्टिलाइजेशन ही होंदी आ। नैक्सट आप फर्टिलाइजेशन प्रोसैस दसना ह्यूमन बींग्स के विच, है ना। ह्यूमन के विच दसना की हुंदा, कहते जी फर्टिलाइजेशन फिर आप उही डेफिनेशन दसी आ भी जो मेल एंड फीमेल गैमेट्स इकट्ठे होंदे आ तां जाइगोट बनाउंदे आ। इन ह्यूमन फर्टिलाइजेशन टेक्स प्लेस होंदी आ फीमेल बॉडी के अंदर होंदी आ ते स्पर्म आ जिहड़ा वो टेस्टिस ऑफ द मेल आ जिहड़ा ओहदे विचों एंटर कर जांदा, मेल एंटर करदा इन फीमेल बॉडी। डज द स्पर्म आ जिहड़ा स्पर्म फर्टिलाइजेस कर दिंदा ओबम जिहड़ा फीमेल गैमेट आ इन फ्लॉपियन ट्यूब। ये जिहड़ी फर्टिलाइजेशन का प्रोसैस आ वो फ्लैपियन ट्यूब के विच ही हुंदा। नैक्सट एक्सप्लेन द लाइफ साइकिल आप फ्रॉग का विद लैबल्ड डायग्राम्स दसनी आ। पहला हुण अपने कोल 3 स्टेजिस हुंदियां फ्रॉग दियां, ठीक है। एग हुंदा, ठीक है, 3 स्टेजिस हुंदियां। एग तो टैडपोल बनदा, टैडपोल तो अगे अडल्ट फ्रॉग बनूगा, ठीक है। एग आ टैडपोल तो फ्रॉग बनूगा। तुसीं इहदी स्ट्रक्चर है जिहड़ी आ बुक तो बना लैनी आ। पहला एग आ, एग तो टैडपोल बनिया, टैडपोल विद 2 लैग्स वाला टैडपोल बनिया, फिर टैडपोल 4 लैग्स वाला बनिया। आ टैडपोल दी स्टेजिस दसदियां अगे ने ते उस तो बाद अडल्ट बन गया, ठीक है बी। एग हो गया, एग तो टैडपोल तो अपने कोल 2 लैग्स वाला टैडपोल, फिर 4 लैग्स वाला टैडपोल, फिर अडल्ट फ्रॉग। ये तुसी जिहड़ी हैगी है स्ट्रक्चर है तुसी बना लैनी आ। ते जे तुसी चाहो तो इत्थे मेटामॉर्फोसिस भी जिहदे विच ट्रांसफॉर्मेशन होंदी आ भी जिहड़ा अपना लार्वा है वो अडल्ट दे विच जिहड़ा हैगा ट्रांसफॉर्म हो जांदा, उहनूं मेटामॉर्फोसिस बोलदे आ। वो भी तुसी इत्थे लिख सकदे हो। हाँ जी, ये अपना जोड़ा है 6th चैप्टर आ वो कंप्लीट होंदा हैगा। तुसी प्रॉपर चैप्टर आपदियां कॉपीज़ के उपर नोट कर लिओ। हाँ जी, जे कोई किसी क्वेश्चनस के विच कोई दिक्कत होवी तां तुसी मैनू कमेंट सैक्शनस के विच जरूर दस सकदे हो। हाँ जी, तुहाडा वीडियो देखने के लिए बहुत बहुत धन्नवाद।